ਕਹੂੰ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਅਗੰਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੋਲਾਇਆ ਤੇਰਾ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲਿਓ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੇ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਸਵਾਰੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਰਸਨਾ ਦੁਆਰਾ ਬੋਲਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਸਭ ਬਖਸ਼ਿਸ਼ ਕਰੋ ਜੀਓ। ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ ਕਿ ਸਾਨੂੰ ਸਭਨਾਂ ਨੂੰ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਦੀ ਹਾਜ਼ਰੀ ਭਰਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਹੋਇਆ। ਸਤਿਗੁਰਾਂ ਦੀ ਹਜ਼ੂਰੀ ਵਿੱਚ ਦੀਵਾਨ ਸਜੇ ਤੇ ਸੱਜੇ ਹੋਏ ਦੀਵਾਨਾਂ ਦੇ ਅੰਦਰ ਸੋਦਰ ਰਹਿਰਾਸ ਜੀ ਦੇ ਪਾਠ ਤੋਂ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ ਆਪ ਜੀ ਨੇ ਸਰਵਣੀ ਕੀਤੀਆਂ ਨੇ। ਅੱਜ ਦਾ ਜੋ ਦਿਨ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਗੁਰਮਤਿ ਵਿਚਾਰ ਦਾ ਰੱਖਿਆ, ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ ਦੇ ਪਵਿੱਤਰ ਜੀਵਨ ਤੇ ਉਹਨਾਂ ਦੇ ਬਚਨਾਂ ਦੀ ਆਪਾਂ ਨੇ ਸਾਂਝ ਪਾਉਣੀ ਹੈ।
ਹੁਣੇ ਹੀ ਆਪ ਜੀ ਨੇ ਭਾਈ ਸਾਹਿਬ ਹੋਰਾਂ ਦੀ ਰਚਨਾ ਤੋਂ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਦੇ ਜੀਵਨ ਦੇ ਸੰਬੰਧ ਵਿੱਚ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਅੰਦਰ ਬਾਬਾ ਕਬੀਰ ਸਾਹਿਬ ਜੀ ਦੇ ਆਪਾਂ 243 ਦੇ ਲਗਭਗ ਸ਼ਲੋਕ ਪੜ੍ਹਦੇ ਹਾਂ। 224 ਦੇ ਲਗਭਗ ਉਹਨਾਂ ਨੇ ਸ਼ਬਦ ਉਚਾਰਨ ਕੀਤੇ ਨੇ, ਜਿਨ੍ਹਾਂ ਸ਼ਬਦਾਂ ਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੇ ਆਦਰ ਸਨਮਾਨ ਦੇ ਨਾਲ ਸੁਭਾਇਮਾਨ ਕੀਤਾ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਦੀ ਗੱਲ ਚੱਲਦੀ ਹੈ, ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ 15 ਭਗਤਾਂ ਦੀ ਬਾਣੀ ਸੁਭਾਇਮਾਨ ਹੈ, ਪਰ ਉਹਨਾਂ ਸਭਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਸਰਮੌਰ ਬਾਬਾ ਕਬੀਰ ਸਾਹਿਬ ਨੇ, ਤੇ ਸਭ ਤੋਂ ਜ਼ਿਆਦਾ ਭਗਤਾਂ ਦੀ ਬਾਣੀ ਦੇ ਵਿੱਚੋਂ ਬਾਬਾ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੁਭਾਇਮਾਨ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਪਨ ਕਾਂਚੀ ਦੀ ਧਰਤੀ ਤੇ ਬਤੀਤ ਹੋਇਆ। 1398 ਸਨ ਮੈਂ ਸੰਖੇਪ ਵਿੱਚ ਇਸ਼ਾਰਾ ਕਰਾਂ, ਕਿਉਂਕਿ ਜਿੰਨਾ ਕੋ ਜੀਵਨ ਇਤਿਹਾਸ ਦੇ ਵਿੱਚ ਸਾਡੇ ਗੁਰਮਤਿ ਦੇ ਵਿਦਵਾਨਾਂ ਨੇ ਜ਼ਿਕਰ ਕੀਤਾ, 1398 ਸਨ ਜਦੋਂ ਬਾਬਾ ਕਬੀਰ ਸਾਹਿਬ ਜੀ ਦਾ ਜਨਮ ਕਾਂਚੀ ਦੀ ਧਰਤੀ ਤੇ ਹੋਇਆ, ਤੇ ਉਹਨਾਂ ਦੇ ਪਿਤਾ ਦਾ ਨਾਮ, ਜਿਹੜਾ ਨਾਮ ਇਤਿਹਾਸਕਾਰਾਂ ਨੇ ਦਰਜ ਕੀਤਾ ਹੈ, ਉਹਦਾ ਨਾਮ ਜਿਹੜਾ ਲਿਖਿਆ ਉਹਨਾਂ ਨੇ ਨੀਰੂ ਲਿਖਿਆ, ਤੇ ਉਹਨਾਂ ਦੀ ਮਾਤਾ ਦਾ ਨਾਮ ਸੀ ਨੀਮਾ। ਇਹ ਭਾਈ ਨੀਰੂ ਤੇ ਨੀਮਾ ਜਿਹੜੇ ਸਨ, ਇਹ ਜੁਲਾਹੇ ਜਾਤ ਦੇ ਨਾਲ ਸੰਬੰਧ ਰੱਖਦੇ ਸਨ ਤੇ ਮੁਸਲਮਾਨ ਕਹਾਉਂਦੇ ਸਨ। ਧਰਮ ਦੇ ਪੱਖ ਤੋਂ ਮੁਸਲਮਾਨਾਂ ਦੇ ਨਾਲ ਸੰਬੰਧ ਰੱਖਦੇ ਨੇ। ਹੁਣ ਜਿੰਨੇ ਮਹਾਂਪੁਰਖ ਹੋਏ ਨੇ, ਉਹਨਾਂ ਦੇ ਜੀਵਨ ਦੇ ਨਾਲ, ਉਹਨਾਂ ਦੇ ਪ੍ਰਕਾਸ਼ ਦੇ ਨਾਲ ਕਈ ਕਥਾਵਾਂ ਜੁੜੀਆਂ ਨੇ। ਮੈਂ ਦੋ ਕੁ ਵਿਚਾਰ ਤੁਹਾਡੇ ਸਾਹਮਣੇ ਰੱਖਣੇ। ਇੱਕ ਤਾਂ ਆਪਾਂ ਇਹ ਜ਼ਿਕਰ ਕਰਦੇ, ਜਿਹੜੇ ਕਬੀਰ ਪੰਥੀਏ ਨੇ, ਉਹ ਬਾਬਾ ਕਬੀਰ ਸਾਹਿਬ ਦਾ ਜਦੋਂ ਜਨਮ ਮੰਨਦੇ ਨੇ, ਤੇ ਉਹਨਾਂ ਨੇ ਜਿਹੜਾ ਜਨਮ ਮੰਨਿਆ, ਉਹ ਕਹਿੰਦੇ ਆਕਾਸ਼ ਗਗਨ ਮੰਡਲ ਤੇ ਇੱਕ ਨੂਰ ਪੈਦਾ ਹੋਇਆ। ਉਹ ਜਿਹੜੀ ਰੌਸ਼ਨੀ ਸੀ, ਉਹ ਲਹਿਰ ਤਲਾ ਜਿਹੜਾ ਕਾਂਚੀ ਦੇ ਵਿੱਚ ਸੁਭਾਇਮਾਨ ਹੈ, ਉਸ ਲਹਿਰ ਤਲਾਹ ਦੇ ਵਿੱਚ ਇੱਕ ਕਮਲ ਦਾ ਫੁੱਲ ਖਿੜਿਆ ਹੋਇਆ। ਉਸ ਕਮਲ ਦੇ ਫੁੱਲ ਦੇ ਉੱਤੇ ਉਹ ਰੌਸ਼ਨੀ ਪਈ ਤੇ ਮਹਾਂਪੁਰਖ ਬਾਬਾ ਕਬੀਰ ਸਾਹਿਬ ਦਾ ਜਨਮ ਹੋਇਆ। ਦੂਜਾ ਜਿਹੜਾ ਮਤ ਹੈ, ਉਹ ਮਤ ਇਹ ਹੈ ਕਿ ਭਗਤ ਜਿਹੜੇ ਰਾਮਾਨੰਦ ਸਨ, ਇੱਕ ਰਾਮਾਨੁਜ ਹੋਏ ਨੇ, ਰਾਮਾਨੁਜ ਵੱਖਰੇ ਨੇ ਤੇ ਰਾਮਾਨੰਦ ਜੀ ਵੱਖਰੇ ਨੇ। ਰਾਮਾਨੰਦ ਦੇ ਕੋਲ ਇੱਕ ਬ੍ਰਾਹਮਣ ਜਾਇਆ ਕਰਦਾ ਸੀ, ਉਹਦੀ ਸੇਵਾ ਕਰਿਆ ਕਰੇ। ਇੱਕ ਦਿਨ ਉਹਦੀ ਪੁੱਤਰੀ ਉਹਦੇ ਨਾਲ ਰਾਮਾਨੰਦ ਦੇ ਕੋਲ ਜਾਂਦੀ। ਕਹਿੰਦੇ ਜਦੋਂ ਸੇਵਾ ਤੋਂ ਪ੍ਰਸੰਨ ਹੋਏ ਰਾਮਾਨੰਦ ਜੀ, ਤੇ ਉਹਨਾਂ ਨੇ ਉਸ ਬੱਚੀ ਨੂੰ ਅਸੀਸ ਦਿੱਤੀ ਕਿ ਬੇਟਾ ਤੇਰੇ ਪੇਟ ਤੋਂ ਇੱਕ ਐਸਾ ਬਾਲਕ ਜਨਮ ਲਵੇਗਾ ਜਿਹੜਾ ਬਹੁਤ ਪ੍ਰਸਿੱਧ ਹੋਵੇਗਾ। ਹੁਣ ਇਹ ਜਦੋਂ ਬਚਨ ਕਹੇ, ਉਸ ਬ੍ਰਾਹਮਣ ਦੇ ਹੱਥ ਜੁੜੇ। ਉਹਨੇ ਰਾਮਾਨੰਦ ਦੇ ਅੱਗੇ ਬੇਨਤੀ ਕੀਤੀ, ਜੀ ਮੇਰੀ ਪੁੱਤਰੀ ਤੇ ਅਜੇ ਕੁਆਰੀ ਹੈ। ਉਹਨਾਂ ਦੇ ਬਚਨ ਸਨ, ਭਾਵੇਂ ਇਹ ਕੁਆਰੀ ਹੈ ਪਰ ਇਹਦੇ ਜੀਵਨ ਤੇ ਕੋਈ ਦਾਗ ਨਹੀਂ ਲੱਗੇਗਾ। ਕਹਿੰਦੇ ਜਦੋਂ ਬਾਬਾ ਕਬੀਰ ਸਾਹਿਬ
उस बच्ची दी कुख तो पैदा होए ते उन्हां ने लोक लज्जा नूं मुख रख के ये जिहड़ा लहर तलाश सी कांसी दे विच उहदे कंढे दे उत्ते रख दिता। उहदे कंढे दे उत्ते कपड़े दियां लीरां दे विच लपेट के बाबा कबीर साहब नूं रख दिता। उथों नीरू ते इहदी घर वाली नीमा लंघ रहे ने। इन्हां दे घर विच कोई संतान नहीं, इन्हां दे घर विच कोई औलाद नहीं। ये जिहड़ा सब तो मनण योग विचार विद्वानां ने दिता है। कहंदे इन्हां दोवां जियां ने इस बालक नूं देखिया, ये चुक के घर विच लै आए, इन्हां परवरिश कीती इस बालक दी। हुणे जुलाहे सन, परवरिश करते रहे। बालक बाबा कबीर साहब जिमें जिमें होश संभालते हैं, इन्हां दे अंदर तड़प है रूहानीयत दी कि रूहानीयत नूं कमाउणा है, अपनी सुरत नूं नाम दे रंग विच रंगना है, उस मालिक दे नाल एकमिक होना, अभेद होना। ते इस बिरती दे धारनी होण करके इहो जे साधु पुरखां दी खोज दे विच ने जिन्हां दी संगत करके महान बनिया जा सकदा है। ते कहंदे गए, इन्हां नूं पता लगा रामानंद जी मन्ने पर मन्ने संत ने। हुण रामानंद नूं गुरु किवें बनाया जा सके, वो तां उच्ची कुल दे नाल संबंध रखदे ने। जदों ऐसा विचार अंदर पैदा होया ते श्रीमान भाई गुरदास साहब ने अपनियां वारां दे विच जिहड़े बचन कीते ने, 10वीं वार उन्हां दी पढ़ो। 10वीं वार दे अंदर भाई गुरदास साहब ने भगतां दे जीवन दे संबंध विच एक एक पौड़ी उचारण कीती है। भावें वो रविदास भगत ने, भावें वो नामदेव ने, भावें बाबा धन्ना जी ने, भावें भाई भगत सैन जी ने, इन्हां दे संबंध दे विच एक एक पौड़ी उचारण कीती। उत्थे जदों कबीर दी गल कीती भाई गुरदास साहब ने, वो कहंदे खोए बिरकत बिनारसी रहिंदा परमानंद गोसाई। कहंदे ये जिहड़ा रामानंद सी गोसाई जिहड़ा सी, ये बनारस दी धरती ते रहिंदा है ते अमृत वेले उठ के जांदा गंगा नहावण ताईं। अमृत वेले उठ के रामानंद दा एक नेम बनिया होया सी कि अमृत वेले उठ के गंगा ते जा के इशनान करना, फिर उस मालिक दी ईश्वर दी भगती दे विच सिमरन दे विच जुड़ जाना। कहंदे जदों इशनान करन जांदे सन, बाबा कबीर साहब जी नूं इस गल दा पता लग्या कि हुण रामानंद जी अमृत वेले उठ के गंगा ते इशनान करते ने ते इहदे वर्गा कोई समा नहीं जदों इन्हां दे चरनां विच मत्था टेक के इन्हां दे कोल रूहानीयत दा उपदेश लैके इन्हां नूं अपना मुरशद बना लवां, अपना गुरु धारण कर लवां। अंदर दी तड़प जड़ी सी, इन्हें सारा समा नोट किया कि किस वेले रामानंद जी जाते हैं। कहते पहलों ही दे जाए कह लम्मा पिया कबीर ते थाई, जेड़े राह दे विचों लंघदे सन ना रामानंद जी गंगा ते इशनान करन वास्ते जाण लई, उस राह दे विच बाबा कबीर साहब पहला ही जाके लम्मे पै गए कि जदों लंघणगे हनेरा होवेगा, मैं उस हनेरे विच रामानंद जी दे चरण फड़ लेने, छड्डणे ही उदों ने जदों मेरी झोली विच उपदेश पा देणगे। कहंदे रामानंद जी आए, बाबा कबीर साहब धरती ते लेटे होए ने, एक तांग सी अंदर के कदों आउंदे चरनां नाल चंबड़ जावां। कहंदे जदों आए ना ते भाई गुरदास कहंदे पैरी टुंब उठा लिया, बोलो राम सिख समझाई। कहंदे पैर दे नाल टुंब के रामानंद ने उठा लिया बाबा कबीर साहब जी नूं ते बचन की कीता, बोलो राम सिख समझाई। कहन लगे राम के राम कहो, ये उपदेश कर दिता, उठ ते राम दे नाम दे विच जुड़ जा, परमेश्वर दे सिमरन विच जुड़ जा। बस ये उपदेश सी जिस उपदेश नूं बाबा कबीर साहब ने अपने सारे जीवन दे विच धारण किया, उस उपदेश नूं कमाया ते ऐसा कमाया कि इन्हां दी प्रसिद्धि जिहड़ी सी वो चार चुफेरे फैल गई।
क्योंकि भगत दा जीवन दे विचों नाम दी सुगंधी आउण लग गई। ते बाबा कबीर साहब, मैं पहला भी बेनती की है, भावें 15 भगत ने कुल जिन्हां दी बाणी गुरु ग्रंथ साहब दे अंदर है, पर बाबा कबीर साहब एक ऐसे भगत ने जिन्हां नूं कुछ जिहड़े विद्वान सन यूनीवर्सिटियां वाले, जिहड़े कॉलेजां दे विद्वान सन, उन्हां ने आख्या इन्हां दा सुभाव बड़ा अखड़ है, पर वो अखड़ शब्द इत्थे नहीं वरतांगे। श्रोमणी भगत बाबा कबीर साहब का सुभाव जिहड़ा है उन्होंने असीं खाड़कू सुभाव कह सकते हैं, क्योंकि बाबा कबीर साहब जिहड़े ने उन्होंने संसार अंदर विचरदियां, भावें इस्लाम धर्म सी, भावें हिंदू धर्म सी, हर धर्म के अंदर जिहड़ियां बुराइयां उन्होंने देखियां, उन्हां बुराइयां नूं, उन्हां कर्म कांडां नूं उन्होंने खंडन किया ते सच समझाया संसार के लोगों नूं। वो किसी तो डरे नहीं, उन्हां दे अंदर निरभैता है। मैं तो हैरान हुन्ना बाबा कबीर वर्गे पुरखों कोल किन्ने रूहानियत दे मालिक सन। एक दिन जिहड़ा ये तलाब सी, लहर तलाब, इहदी उच्ची पहाड़ी दे उत्ते बाबा कबीर निवास रखते सन। देखो हुण अवस्था कितनी उच्ची होवेगी। कहंदे इत्थे सर्वजित एक पंडित कहाउंदा कांशी दा, जिहड़ा बहुत ज़्यादा पढ़िया लिखिया है, जिन्हें शास्त्रां दा अध्ययन किया, जिन्हें 27 सिमरतियां दा अध्ययन किया, जिन्हें 4 वेद उन्हां दे मंत्र अपने उंगलां दे पोटियां ते रटे कोए सन। वो किताबां दी पंड बन के उस तलाब दे कंढे ते आया। उन्हें देखिया कि उस तलाब दे कंढे ते एक लड़की पानी भरदी पई है। उन्होंने आन के कहंदा इत्थे बाबा कबीर कित्थे वसदे ने। उस लड़की ने रमज भरे बचन कहे सन। उन्हें बचन कहे, कहन लगे कबीर बड़ी उच्ची पहाड़ी ते रहिंदा है, उन्हां तक पहुंचना बड़ा औखा है। ते ये विद्या दा हंकारी जिहड़ा सी, ये उन्हां नूं बहस करके विद्या दे बल नाल हराउणा चाहुंदा सी। इन्ने उस लहर तलाब दे विचों पानी दा लोटा भरिया ते वो लोटा पानी दा भर के उस लड़की नूं दिता ते आखिया, जा मेरे वालों बाबा कबीर साहब नूं उस पहाड़ी ते जाके दे के आ। जदों वो लड़की उस पानी दे भरे खोए लोटे नूं लैके उस पहाड़ी ते बाबा कबीर साहब कोल गई। कबीर साहब वर्गे पुरख जिहड़े बचन मैं पहला पढ़े ने कि वो तां उस परमेश्वर दा ही रूप हो चुके सन। उन्हां ने की कीता, एक सूई नूं उस लोटे दे पानी विच रख दिता। आख्या जाके कह दे, जे तेरे अंदर इन्नी विद्या है ते सच जानी, जिवें सूई इस पानी दे विच डुब गई है, रूहानियत दे गुण उस हिरदे विच वसदे ने, जिस हिरदे विच हंकार नहीं, जिस हिरदे विच निमरता दा निवास हुंदा है। यही एक रमज भरिया बचन सी जिस बाबा कबीर ने उन्हों निर उत्तर कर दिता। ओदी विद्या निसफल चले गई, क्योंकि बाबा कबीर साहब कहंदे ने उन्हां दी बाणी विच मैं रहना, तुहानूं उन्हां दी बाणी विचों दर्शन कराउणे। उन्हां दे बचन ने क्या पढ़िया, क्या गुनिया, क्या वेद पुराना सुनिए, पढ़े सुने क्या कोई, जो सहज ना मिले हो सोई, हर का नाम न जपस गवारा, क्या सोचें बारंबार। महाराज कहंदे पढ़न गुण दे नाल की होवेगा, ये विचारन दे नाल कुछ नहीं होना। जे अंदर दा सहज, अंदर दा टिकाओ नहीं जीवन विच बनिया, ते बाबा कबीर साहब कहंदे ये बाहरी पुस्तकां पढ़न दा कोई अर्थ नहीं जे रूहानियत दी दुनिया दे अंदर। बाबा कबीर साहब ने देखो किन्ने सुंदर बचन कहे। एक दिन सामने मुकंदा ब्राह्मण बैठा है। हुण मुकंदा ब्राह्मण जिहड़ा ये मन्निया ब्राह्मण सी। उन्होंने कहन लगे, देख साडे तो तू नफरत करदा है ना, कि मेरी जात बड़ी नीवी है, नफरत करदा है। कहंदा मैं तेनू एक गल दसनी चाहुंदा, तेरे कोल की है ते मेरे कोल की है। देखो निरभैता उन्हां दी। उन्होंने बचन कीते, कहन लगे हम कर सूत तना नित ताना, कंठ जनेऊ तुम्हारे। कहन लगे मुकंदिया वो गल सुन मेरी। कहन लगे साडे घर विच असीं जुलाए आ। कहंदे सूत तना नित ताना, कहंदे सूत तणिया जांदा, नित ताना पाया जांदा सूतर दा, ते उस सूतर तो
ਜਨੇਊ ਤੇਰਾ ਬਣਦਾ ਹੈ, ਜਿਸ ਜਨੇਊ ਨੂੰ ਤੂੰ ਆਪਣੇ ਕੰਠ ਦੇ ਵਿੱਚ ਪਾਈ ਫਿਰਦਾ, ਗਲ ਦੇ ਵਿੱਚ ਪਾਈ ਫਿਰਦਾ। ਕਹਿਣ ਲੱਗਾ ਮੁਕੰਦਾ ਇਹ ਸੱਚ ਹੈ, ਜਿਹੜਾ ਤੁਸੀਂ ਸੂਤਰ ਉਣਦੇ ਹੋ ਉਸੇ ਸੂਤਰ ਤੋਂ ਬਣਿਆ ਹੋਇਆ ਜਨੇਊ ਮੇਰੇ ਕੰਠ ਵਿੱਚ ਪਿਆ। ਕਬੀਰ ਸਾਹਿਬ ਕਹਿਣ ਲੱਗੇ ਫਿਰ ਫਰਕ ਹੋਰ ਸਮਝ ਲਾ। ਇੰਨਾ ਹੀ ਫਰਕ ਨਹੀਂ, ਤੇਰੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਹੈ। ਬਾਬਾ ਕਬੀਰ ਤੇ ਦੂਜਾ ਬਚਨ ਕੀਤਾ ਉੱਤੇ ਨਾਲ ਹੀ, ਕਹਿਣ ਲੱਗੇ ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੇ ਹਮਾਰੇ। ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਇੰਨਾ ਹੈ ਕਿ ਤੂੰ ਕੇਵਲ ਸੂਤਰਤਾ ਬਣਿਆ ਹੋਇਆ ਜਨੇਊ ਆਪਣੇ ਗਲ ਦੇ ਵਿੱਚ ਪਾ ਕੇ ਸਾਬਤ ਕਰਨਾ ਚਾਹੁੰਦਾ ਮੇਰੇ ਵਰਗਾ ਬ੍ਰਾਹਮਣ ਕੋਈ ਨਹੀਂ। ਸੱਚ ਇਹ ਵੈ ਤੁਮ ਤੋਂ ਵੇਦ ਪੜੋ ਗਾਇਤਰੀ, ਤੁਮ ਵੇਦਾਂ ਨੂੰ ਪੜ੍ਹਦਾ ਹੈ, ਤੂੰ ਗਾਇਤਰੀ ਮੰਤਰ ਨੂੰ ਪੜ੍ਹਦਾ ਹੈ। तेरे ਹਿਰਦੇ ਵਿੱਚ ਤਾਂ ਉਸ ਗੋਬਿੰਦ का वास नहीं, गोबिंद हृदय हमारे। मेरे अंदर वो गोबिंद वसदा जिन्हें सारी सृष्टि ਨੂੰ ਸਾਜਿਆ। बाबा कबीर साहब जिन्हां दे बचनां ਨੂੰ ਜਦੋਂ ਪੜ੍ਹੀਦਾ, देखो इस संसार दे अंदर अज सब तो वड्डा पाड़ा की है। अज जात पात दे नाम ते वंडियां पईयां होईयां ने। जात पात ने सानू फिरकियां दे विच वंड के रख दिता। इन्ने ऊच नीच दे भेद भाव साडे अंदर पैदा कर दिते। अजे कोई ज़्यादा तो समा नहीं ना होया, जे कोई खिडारण भी नीवी जात दे विचों उच्ची थां ते पहुँचदी है ते ओदे घर दे अगे जात अभिमानी जाके नचदे ने, पटाके चलाउंदे ने कि तेरे करके साडी टीम हार गई। खिमा करना जी, मैं एक गुरबाणी दे विच रह के तुहाडे नाल वचन साझा करना चाहुंदा। बाबा कबीर साहब जिन्हां ने आखिया ये जात पात जिहड़ी, एक गल ध्यान विच रखियो, उन्हां ने ब्राह्मण नूं भी उपदेश कीता ते मुसलमान नूं भी उपदेश कीता। ते मैं एक गल कह दियां, ਉਹ ਸਭਨਾਂ ਦੇ ਸਨ, ਉਹ ਸਭਨਾਂ ਦੇ ਸਨ, ਸਭ ਉਹਨਾਂ ਨੂੰ ਪਿਆਰ ਕਰਦੇ ਸਨ। ਆ ਜਿਹੜਾ ਬਚਨ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਈ ਵਾਰ ਪੜ੍ਹਦੇ ਸਰਵਣੀ ਕਰਦੇ ਹੋ ਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੈ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹਨੂੰ ਉਚਾਰਨ ਕਰਨ ਵਾਲੇ ਬਾਬਾ ਕਬੀਰ ਸਾਹਿਬ ਨੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨੂੰ ਉਚਾਰਨ ਕਰਨ ਵਾਲੇ ਬਾਬਾ ਕਬੀਰ ਸਾਹਿਬ ਨੇ। ਤੇ ਬਾਬਾ ਕਬੀਰ ਸਾਹਿਬ ਜਦੋਂ ਹੁਣ ਸਾਹਮਣੇ ਬ੍ਰਾਹਮਣ ਖੜਾ ਹੈ, ਹੁਣ ਪਹਿਲੀ ਗੱਲ ਤੇ ਇੱਕ ਪਰਿਭਾਸ਼ਾ ਲੈ ਲਈਏ ਕਿ ਕੋਈ ਮਤਾਂ ਸਮਝੇ ਕਿ ਬ੍ਰਾਹਮਣ ਜਿਹੜਾ ਇਹ ਬਾਹਰੀ ਭੇਖ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰਾਂ ਨੇ ਬਚਨ ਕੀਤੇ ਨੇ, ਕਹਿਣ ਲੱਗੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਰ ਹਿਰਦੇ ਸਦਾ ਵਸਾਏ। ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਜਿਹੜਾ ਬ੍ਰਹਮ ਦਾ ਚਿੰਤਨ ਕਰਦਾ ਹੈ, ਉਹਨੂੰ ਗੁਰਬਾਣੀ ਵਿੱਚ ਬ੍ਰਾਹਮਣ ਕਿਹਾ ਗਿਆ। ਹੁਣ ਜਦੋਂ ਸਾਹਮਣੇ ਬ੍ਰਾਹਮਣ ਖੜਾ ਹੈ, ਕਬੀਰ ਸਾਹਿਬ ਨੂੰ ਕਹਿੰਦਾ ਏ ਤੂੰ ਜਾਤ ਦਾ ਜੁਲਾਇਆ। ਤੇ ਬਾਬਾ ਕਬੀਰ ਕਹਿੰਦੇ ਨੇ ਹਾਂ ਇਹ ਗੱਲ ਜ਼ਰੂਰ ਹੈ, ਮੈਂ ਜਾਤ ਦਾ ਜੁਲਾਹਾ ਹਾਂ, ਪਰ ਇੱਕ ਗੱਲ ਮੇਰੀ ਸੁਣ ਲਾ। ਕਹਿੰਦੇ ਜਾਤ ਜੁਲਾਹਾ ਕਿਆ ਕਰੇ, ਹਿਰਦੈ ਬਸੇ ਗੋਪਾਲ। कहन लगे मेरे अंदर मालिक वसदाई, ये मेरी जात को सब को हसने हार। कहते बलहारी इस जात को जे जप्यो सिरजनहार। कबीर मेरी जात को कहते मेरी जात नूं देख के सारे हसदे पे ने, मजाक उड़ाउंदे पे ने, पर मैनू इहदे ते कोई शर्म नहीं। कहन लगे मैं बलहार जाना इस जात तो जिस जात दे विच पैदा हो के मैं उस सिरजनहार परमेश्वर का नाम जपिया है। ये देखो उन्हां जात अभिमानियां नूं जवाब है। वैसे बाबा कबीर साहब किसी मनुख की जात नहीं जे मानते। वो कहते सारा कुछ उस खुदा तो ही पैदा होया, सब जी उस मालिक दे पैदा किए हुए ने। ते सतगुरु महाराज जी ने ऐसे बचन उन्होंने दर्ज किए ने गुरबाणी के अंदर। बाबा कबीर साहब ने ब्राह्मण के सामने जड़ा बचन किया, कहन लगे तू जात पात मानदा है, मैनू कहना तू नीवी जात दा है, पर मैं तेनू दसना चाहुंदा जो मैनू रब्बी ज्ञान होया ना उहदे अनुसार। कहंदे गर्भवास मैं कुल नहीं जाती। कहंदा जदों मां दे गर्भ दे विच बच्चा खुंदा है उहदी कोई जात नहीं मन्नी जा सकदी। ये किहड़ी जात दे नाल संबंध रखदा है, इहदी जात किहड़ी है। कहंदे गर्भवास मैं कुल नहीं जाती,
ब्रह्म बिंद ते सब उत्पत्ति, कहते उस ब्रह्म तो सारे जीव जंतां दी उत्पत्ति हुंदी है। कहते फिर इदा कर हे ब्राह्मण, तू एवें हंकार दे विच फस के मतां किते अपने जीवन नूं खराब करदा होवें, अपने जीवन दा नाश ना कर। मैं तेनों पुछना चाहुंदा, तुम कत ब्राह्मण हम कत सूद, तुम कत लोगू हम कत दूध। कहन लगे मैनू दस, और तेरे शरीर दियां जड़ियां नाड़ां ने इन्हां दे विच मैनू दस लहू दी थावें दुध वहिंदा पिया। मेरियां नाड़ां विच जे लहू है ते तेरियां नाड़ां विच भी लहू ही वगदा पिया, इन्हां दे विच कोई दुध नहीं वहिंदा पिया। ये वह खाड़कू भगत दे बचन मैं जिहड़े तुहाडे नाल साझे कर रहा। आपां वख-वख विषयां ते उन्हां ने बचन कीते, ध्यान दे दर्शन करने ने कि बाबा कबीर साहब खुंदे किहो जे सन, उन्हां दी किहो जी तस्वीर तुसीं अपने किरदे विच बनाओगे तो बनाई जा सकदी उन्हां दे बचनां दे विचों। कहन लगे तुम कत ब्राह्मण हम कत सूद, मैनू दस मित्रा तू कदों दा ब्राह्मण बनिया ते मैं कदों दा सूदर आ। महाराज कहंदे ने हम कत लोहू तुम कत दूध, कहंदे मेरियां नाड़ां विच लहू ते तेरियां नाड़ां विच दुध वगदा पिया। ते फिर अगे जिहड़े बचन कीते वो निर उत्तर करन वाले सन। कहन लगे देख जो तो ब्राह्मण ब्राह्मणी जाया तो आन बाट काहे नहीं आया। कहन लगे इन्ना दस दे, जे तू ब्राह्मणी दे पेट तो जन्म लिया है ते दुनिया विच आउण दा रस्ता भी मेरा संसार दे लोकां वाला है ते तेरा भी साडे तो कोई वकरा नहीं, फिर तेरे विच ते मेरे विच की अंतर होया। किस गल दियां वंडियां पाउंदा है? इत्थे दलील ना गल है गुरु नानक दे घर दे विच, ये रूहानियत भी नाल नाल चल रही है। फिर बचन कीते कहो कबीर जो ब्रह्म विचार है सो ब्राह्मण कईयत है हमारे। कहन लगे जेड़ा ब्रह्म दी विचार करदा है, कबीर कहंदा साडे घर विच उस नूं ब्राह्मण कहा जांदा है। हुण आओ इस पासे वल। बाबा कबीर साहब ने इस संसार विच देखिया, तुसीं भी देखिया ना, अस्सू दे महीने विच आपां की करदे हां। गुरमुखो जदों अस्सू दा महीना आउंदा है, जेड़े साडे बड़े वडेरे इस संसार तो चले जांदे ने, उन्हां दे नाम ते असीं ब्राह्मणां नूं भोजन छकाउने आ। साडे विच भी है, कई बार सिखां नूं बुला के छकाया जांदा है। आपां देखो जिहड़ी गल बाबा कबीर साहब की बाणी विचों करनी, मैं अपने कोलों कुछ नहीं करना। बोलो सतनाम श्री वाहिगुरू। अस्सू दे महीने विच जिहड़े श्राद्ध कीते जांदे सन, बाबा कबीर साहब ने सदियां पहलां किहो जी सेध दे दित्ती। ये सेध अज भी संसार दे वास्ते चानण मुनारा है। जे किते ऐहो जी सेध हर संसार दा मनुख मन लै ते मैं वादे ना कहना, अज जेड़े बड़े बड़े बिरधकार बने ने, ये बिरधकार कदे होंद विच ना आउंदे। जे असी जीवित मनुखां दी सेवा विच लगे खुंडे, जदों पंज भूतक शरीर विच मां प्यो विचरदे सन, जदों साडे दादे परदादे विचरदे सन, जे उस वक्त असी सेवा करदे, मरण तो बाद उन्हां दे नाम ते दान पुण्य करन दी कोई लोड़ नहीं सी। बाबा कबीर साहब ने बचन कीते, कहन लगे जीवत पितर न मानै कोऊ, मुए श्राद्ध कराई, पितर पी बपरे कोकर पावो, कौआ कूकर खाई। हुण देखो किन्ना ये बचन उन्हां दा दरगाही बोला है। कहंदे वे वो ये कित्थे पहुंच जाएगा तुहाडा छकाया खोया भोजन उन्हां नूं। जीवत जी सेवा दे विच लगना, जीवत जी तुसी अपने वड्डे वडेरियां दी सेवा नहीं कीती ते मरण तो बाद उन्हां दे नाम ते दान पुण्य ते श्राद्ध करने, कबीर साहब कहंदे कोई अर्थ नहीं जे रखदा। हुण बाबा कबीर साहब जिन्हां दे आपां चरणां विच अज सुरत नूं जोड़ना है, मैं कहना कमाल दे बचन है। कोई बंदा रब की प्राप्ति करन दे वास्ते कहंदा सी मैं सब तो पहला अपने परिवार का त्याग करना है, मैं परिवार दीयां जिम्मेवारियां नूं परां सुट देना है। मेरे कोलों परिवार दे काम कार नहीं हो सकते, मेरे कोलों जिम्मेवारियां निभाइयां नहीं जा सकदियां, मैं परिवार छड्ड देना है ते परिवार नूं छड्ड के मैं संसार दे अंदर भी नहीं रहना,
मैं संसार तो एक पासे किसी जंगल दे विच बैठ के उस रब की प्राप्ति करनी है, विषय विकारां तो मैं मुक्त होना है। ते बाबा कबीर साहब कहंदे भोलिया मैं तेनू दसना चाहुंदा, तेरे वर्गा एक नहीं, तेरे वर्गे हजारां इस संसार दे विच आए जिन्हां ने घर बार छड्ड दिता, दुनिया त्याग के जंगल बियाबानां दे विच बैठ गए। असी रब नूं पाउणा है, असी परमेश्वर दे नाल एकमिक होना है। बाबा कबीर कहन लगे भलिया जंगल विच जाके भी उन्हां नूं परिवार चेते आउंदा रहा, जंगल विच जाके भी रांबा वर्गियां पछरा वर्गियां परियां इस्त्रियां चेते आईयां, उत्थे भी विषय विकारां ने छड्डिया ना। बाबा कबीर साहब ने इस सच नूं साडे नाल साझा कीता ते बचन कीते अपनी बाणी विच। कहन लगे ग्रह तज बन खंड जाइए, चुन खाइए कंधा, अजखू बेकार ना छोड़ई, पापी मन मंदा, किव छूटों कैसे तरों भवजल निद भारी, राख राख मेरे बीठला जन शरण तुम्हारी, बिखे बिखे की बासना तजी न जाई, अनक जतन कर राखिया फिर लपटाई, जरा जीवन जोबन गया कछ किया ना नीका, ए जीड़ा निर्मोल को कौडी लाग मीका, कह कबीर मेरे माधवा तू सर्वव्यापी, तुम समसर नाई दयाल मोए समसर पापी। कैसियां सिद्धां बख्शिश कर दित्तियां। कहन लगे जंगल विच जाके भी बिखे बिखे की बासना तजी ना जाई, उथे भी तजी नहीं गई, अनक जतन कर रखिए फिर लपटाई, अनेकां जतन कर करके मन नूं विकारां वालों रोक के रखदा है। कहंदे फिर लपटदा पिया, फिर विकारां विच लीन हुंदा पिया। बाबा कबीर कहंदे इवें करदियां बंदिया आ देख जरा जीवन जोबन गया, कहंदे तेरे जीवन विच बुढ़ेपा आ गया, तेरा जोबन जिहड़ा सी वो चला गया, पर कछ किया ना नीका। कोई नीका कहंदे ने श्रेष्ठ नूं, नीका कहंदे ने उत्तम नूं, कहंदे कोई काम तू नीका भाव श्रेष्ठ नहीं कीता। ये जीड़ा निर्मोल को कौडी लग मीका, ये जड़ा जन्म बड़ा अनमोल सी, इनू कौडियां दे भाव तू गवा के चला गया। अंत विच अरदास बख्शिश कर दित्ती। बेनती किवें करनी उस मालिक दे चरणां विच। कहन लगे कह कबीर मेरे माधवा तू सर्वव्यापी, कहन लगे हे मेरे माधव परमेश्वर तू सर्वव्यापक है, तुम समसर नहीं दयाल, तेरे वर्गा दयालु कोई नहीं, तेरे बराबर तेरे जगह दया करने वाला कोई नहीं, मोहे समसर पापी ते मेरे वर्गा पापी भी कोई नहीं है संसार दे अंदर। बाबा कबीर साहब वर्गे पुरख मैं कहना सानू हर पक्ष तो किवें सुचेत कर देन। जिहड़ा बंदा कदे नाम ना जपदा होवे, कदे सिमरन ना करदा होवे, कदे चित सेवा साधना विच ना लाउंदा होवे, पर 10 बंदियां विच हज़ारां बंदियां विच बैठ के गल्लां करदा होवे ते आसमान नूं टाकियां लाउंदा होवे, आसमान भी धरती ते गल्लां कर करके सुट देवे कि मेरे वर्गा धर्मी कोई नहीं, मेरे वर्गा कोई रब दा प्यारा हो नहीं सकदा। बाबा कबीर कहंदे ओए बंदिया किहड़ी अवस्था दा तू धारनी बनिया। बाबा कबीर दे बचन देखो, मैनू इउं लगदा है जिवें मैं भावें बोलण वाला मेरे ते भी टुकदे ने, ये सबना ते टुकदे ने। गुरु ग्रंथ साहिब दा शब्द एक दर्पण है, एक शीशा है। पता नहीं यही कारण सी जदों प्रोफैसर साहब सिंह ने एक गुरबाणी दा सटीक लिखिया, उन्होंने उत्थे व्याख्या नहीं लिखी, उत्थे शब्द लिखे दर्पण श्री गुरु ग्रंथ साहिब। दर्पण का अर्थ ही शीशा है कि हर शब्द शीशे की तरह है, जिस शब्द दे विचों हर पढ़न वाले ने अपने चेहरे नूं देखना है। बाबा कबीर कहन लगे हर जस सुने ना हर गुण गावे, बातन ही आसमान गिरावे, ऐसे लोगन स्यों क्या कहिए जो प्रभ किए भगत ते बाहज तिन ते सदा डराने रहिए। कहन लगे हर जस कदे सुनदा नहीं, ना कदे हर का जस गैन कीता, बातन ही आसमान गिरावे। कहंदे बातां दे नाल ते आसमान नूं भी धरती ते सुट दिंदा है। बाबा कबीर कहंदे ने देखो जो बंदे भगती तो बाझ हो गए ने, बाबा कबीर कहंदे मेरा उन्हां दे नाल कोई संबंध नहीं, उन्हां दे नाल मेरा कोई लेना देना नहीं।
ਜੇ ਕੋਈ ਸੰਸਾਰ ਦੇ ਅੰਦਰ ਉਹਨਾਂ ਨੇ ਦੇਖਿਆ ਨਿੰਦਿਆ ਕਰਦਾ ਪਿਆ, ਪਰ ਪੱਲੇ ਕੁਝ ਨਹੀਂ ਹੈ, ਗੰਠੜੀ ਦੇ ਵਿੱਚ ਰੂਹਾਨੀਅਤ ਨਹੀਂ ਹੈ, ਸਿਮਰਨ ਨਹੀਂ ਹੈ, ਜਪ ਤਪ ਦੀ ਕਮਾਈ ਨਹੀਂ ਹੈ, ਤੇ ਬਾਬਾ ਕਬੀਰ ਕਹਿਣ ਲੱਗੇ ਆਪ ਨਾ ਦੇ ਚੁਰੂ ਪਰ ਪਾਣੀ ਤੇ ਨਿੰਦਾ ਜੈ ਗੰਗਾ ਆਨੀ। ਅਕਸਰ ਅਸੀਂ ਕਹਿ ਦਿੰਦੇ ਕੋਈ ਬੰਦਾ ਕਿਸੇ ਧਰਮ ਸਥਾਨ ਤੇ ਗੁਰਦੁਆਰੇ ਮੰਦਰ ਵਿੱਚ ਮਸਜਿਦ ਵਿੱਚ ਜਾ ਕੇ ਸੇਵਾ ਕਰਵਾ ਦੇਵੇ, ਕਹਿੰਦੇ ਨੇ ਨਿੰਦਿਆ ਕਰਨ ਲੱਗ ਜਾਂਦੇ ਆ। ਦੇਖੋ ਜੀ ਇਹਨਾਂ ਸੇਵਾ ਦੇ ਨਾਂ ਤੇ ਹੀ ਖਾ ਜਾਣਾ, ਇਹ ਕਾਹਦੀ ਸੇਵਾ ਜੀ? ਬਾਬਾ ਕਬੀਰ ਕਹਿੰਦੇ ਉਹ ਨਿੰਦਿਆ ਤੂੰ ਉਹਨਾਂ ਦੀ ਕਰਦਾ ਪਿਆ ਜਿਨ੍ਹਾਂ ਨੇ ਗੰਗਾ ਹੀ ਪਿਆਸਿਆਂ ਦੇ ਵਾਸਤੇ ਵਿਖਾ ਦਿੱਤੀ, ਆਪ ਤੂੰ ਚੁਲੀ ਪਰ ਪਾਣੀ ਵੀ ਕਿਸੇ ਨੂੰ ਦੇਣ ਵਾਸਤੇ ਹੱਥੋਂ ਤਿਆਰ ਨਹੀਂ ਹੈ। ਦੇਖੋ ਬਾਬੇ ਕਬੀਰ ਦੇ ਸੱਚ, ਬਾਬਾ ਕਬੀਰ ਸਾਹਿਬ ਸਾਨੂੰ ਕਿਵੇਂ ਸਮਝਾਉਂਦੇ ਨੇ, ਕਿਉਂਕਿ ਗੁਰਮੁਖੋ ਸਭ ਤੋਂ ਵੱਡੀ ਰੁਕਾਵਟ ਜਿਹੜੀ ਰੂਹਾਨੀਅਤ ਦੇ ਰਾਹ ਵਿੱਚ ਹੈ, ਉਹ ਰੁਕਾਵਟ ਹੈ ਹੰਕਾਰ ਦੀ, ਸਾਡੀ ਹਉਮੈ ਦੀ, ਸਾਡੇ ਅੰਦਰ ਦੇ ਹੰਕਾਰ ਦੀ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੇ ਮਨੁੱਖ, ਜੇ ਤੂੰ BMW ਗੱਡੀ ਦੇ ਵਿੱਚ ਆ ਰਿਹਾ, ਜੇ ਤੇਰੇ ਕੋਲ ਬਹੁਤ ਵੱਡੀ ਅਸਵਾਰੀ ਹੈ ਤੇਰਾ ਸਫ਼ਰ ਕਰਨ ਦੇ ਵਾਸਤੇ, ਗੁਰਮੁਖਾ ਉਸ ਗੱਡੀ ਅੰਦਰ ਹੰਕਾਰ ਨਹੀਂ, ਉਸ ਗੱਡੀ ਅੰਦਰ ਹੰਕਾਰ ਨਹੀਂ, ਉਹ ਤਾਂ ਲੋਹੇ ਦੀ ਬਣੀ, ਮੈਟਲ ਦੀ ਬਣੀ, ਉਹਦੇ ਅੰਦਰ ਕੀ ਹੰਕਾਰ ਹੋਵੇਗਾ? ਹੰਕਾਰ ਤੇਰੇ ਵਿੱਚ ਹੈ ਜਿਹੜਾ ਤੂੰ ਉਹਦੇ ਵਿੱਚ ਚੜ੍ਹਦਾ ਪਿਆ। ਮੈਂ ਏਡੀ ਵੱਡੀ ਕਾਰ ਤੋਂ ਉਤਰਦਾ, ਮੈਂ ਏਡੀ ਵੱਡੀ ਕਾਰ ਦੇ ਵਿੱਚ ਸਬਰ ਕਰਦਾ। ਹੰਕਾਰ ਤੇਰੀ ਕੋਠੀ ਵਿੱਚ ਨਹੀਂ, ਹੰਕਾਰ ਤੇਰੇ ਘਰ ਵਿੱਚ ਨਹੀਂ, ਪਰ ਹੰਕਾਰ ਤੇਰੇ ਅੰਦਰ ਆ ਕੇ ਵਸ ਗਿਆ। ਬਾਬਾ ਕਬੀਰ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਰੱਬ ਨਾਲ ਜੁੜਨਾ ਕੋਈ ਸੌਖਾ ਨਹੀਂ, ਰੱਬ ਨਾਲ ਜੁੜਨ ਵਾਸਤੇ ਬੰਦਿਆ ਤੈਨੂੰ ਅੰਦਰੋਂ ਖਾਉਣ ਦਾ ਤਿਆਗ ਕਰਨਾ ਪਏਗਾ। ਪਹਿਲਾ ਵਚਨ ਉਹਨਾਂ ਸ਼ਲੋਕਾਂ ਵਿੱਚ ਕੀਤਾ, ਕਿਉਂਕਿ ਮੈਂ ਕਹਿੰਦਾ ਕਈ ਦਿਨ ਲੱਗ ਜਾਣਗੇ। ਬਾਬਾ ਕਬੀਰ ਦੀ ਬਾਣੀ ਦੀ ਕਥਾ ਚੱਲਦੀ ਰਹੇ, ਆ 1 ਘੰਟੇ ਦੀ ਗੱਲ ਤੁਸੀਂ ਕਰ ਦਿਓ, ਕਈ ਘੰਟੇ ਲੱਗ ਜਾਂਦੇ ਨੇ ਵਿਚਾਰ ਕਰਦਿਆਂ। ਬਾਬਾ ਕਬੀਰ ਸਾਹਿਬ ਵਚਨ ਕਰਦੇ, ਕਹਿਣ ਲੱਗੇ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਦੇਖੀ ਕਿਤੇ 4 ਪੈਸੇ ਕੋਲ ਆ ਜਾਣ, ਕਿਸੇ ਰੰਕ ਨੂੰ ਦੇਖ ਕੇ, ਕਿਸੇ ਗਰੀਬ ਨੂੰ ਦੇਖ ਕੇ ਉਹਦਾ ਮੌਜੂ ਨਾ ਉਡਾਈ, ਉਹਦਾ ਮਖੌਲ ਨਾ ਉਡਾਈ, ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੀ। ਕਬੀਰ ਸਾਹਿਬ ਕਹਿੰਦੇ ਚੇਤੇ ਰੱਖੀਏ, ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਕੋਏ। ਅਜੇ ਜੀਵਨ ਰੂਪੀ ਨਈਆ ਇਸ ਭਵ ਸਾਗਰ ਦੇ ਵਿੱਚ ਹੀ ਪਤਾ ਨਹੀਂ ਕੱਲ ਨੂੰ ਲੱਖ ਤੋਂ ਕੱਖਾਂ ਦੇ ਵਿੱਚ ਹੀ ਰੁਲ ਜਾਵੇਂ। ਉਸ ਪਰਮਾਤਮਾ ਦੀ ਰਜ਼ਾ ਦਾ, ਉਹਦੀ ਸ਼ਕਤ ਦਾ, ਉਹਦੀ ਤਾਕਤ ਦਾ ਤੈਨੂੰ ਅੰਦਾਜ਼ਾ ਨਹੀਂ। ਦੂਜਾ ਵਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਬੰਦੇ ਨੂੰ ਆਪਣਾ ਮਹਿਲ, ਆਪਣਾ ਘਰ, ਆਪਣੀ ਕੋਠੀ ਦੇਖ ਕੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਕਾਸ਼। ਕਹਿੰਦੇ ਕਾਹਦਾ ਹੰਕਾਰ ਕਰਦਾ ਤੂੰ ਕਿ ਮੇਰਾ ਆਵਾਸ ਬੜਾ ਉੱਚਾ ਹੈ, ਮੇਰਾ ਮਹਿਲ ਬੜਾ ਉੱਚਾ ਹੈ। ਕਹਿੰਦੇ ਸੱਚ ਇਹ ਹੈ ਇੱਕ ਦਿਨ ਤੇਰੇ ਜੀਵਨ ਦੇ ਵਿੱਚ ਆ ਜਾਣਾ, ਜਿਸ ਦਿਨ ਤੂੰ ਇਸ 5 ਭੂਤਕ ਚੋਲੇ ਨੂੰ ਤਿਆਗ ਕੇ ਚਲੇ ਜਾਣਾ ਹੈ, ਤੇ ਜਿੱਥੇ ਤੇਰਾ ਸੰਸਕਾਰ ਕੀਤਾ ਹੋਣਾ ਉਸ ਥਾਂ ਦੀ ਜੇ ਕੋਈ ਸਫਾਈ ਨਾ ਕਰੇ, ਤੇਰੇ ਉੱਤੇ ਵੀ ਉੱਥੇ ਘਾਹ ਜੰਮ ਜਾਣਾ, ਉੱਥੇ ਘਾਹ ਪੈਦਾ ਹੋ ਜਾਣਾ। ਤੇਰੀ ਇੰਨੀ ਕੋ ਕੀਮਤ ਹੈ। ਅੱਗੇ ਬਚਨ ਕੀਤਾ ਉਹਨਾਂ ਨੇ, ਹੁਣ ਸਾਡੇ ਸੰਸਾਰ ਦੇ ਅੰਦਰ ਇਹ ਕਾਲੇ, ਇਹ ਗੋਰੇ ਦੇ ਵਿਤਕਰੇ ਵੀ ਬੜੇ ਨੇ, ਊਚ ਨੀਚ ਦੇ ਵਿਤਕਰੇ ਵੀ ਬੜੇ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਬੰਦਿਆਂ ਕਬੀਰ ਗਰਬ ਨਾ ਕੀਜੀਏ, ਦੇਖੀ ਦੇਖ ਸੋ ਰੰਗ। ਸੋ ਰੰਗ ਦਾ ਅਰਥ ਹੁੰਦਾ ਸੋਹਣੀ ਦੇਹੀ ਨੂੰ ਦੇਖ ਕੇ, ਆਪਣੇ ਸੋਹਣੇ ਸਰੀਰ ਨੂੰ ਦੇਖ ਕੇ ਦੇਖੀ ਕਿਤੇ ਹੰਕਾਰ ਦੇ ਵਿੱਚ ਨਾ ਆ ਜਾਏ। ਕਹਿਣ ਲੱਗੇ ਆਜ ਕਾਲ ਤਜ ਜਾਓਗੇ, ਜਿਉਂ ਕਾਂਚੁਰੀ ਪੋਇੰਗ, ਇਹਨੂੰ ਤੇ ਦੇਹੀ ਨੂੰ ਤੇ ਅੱਜ ਕੱਲ ਦੇ ਵਿੱਚ ਤਜ ਕੇ ਚਲਾ ਜਾਣਾ। ਜਿਵੇਂ ਕਾਂਚੁਰੀ ਪੋਇੰਗ, ਜਿਵੇਂ ਪੋਇੰਗ ਸੱਪ ਜਿਹੜਾ ਹੈ ਉਹ ਆਪਣੇ ਤਨ ਦੀ ਕੋਂਜ ਲਾ ਕੇ ਚਲਾ ਜਾਂਦਾ ਹੈ, ਇਸੇ ਤਰ੍ਹਾਂ ਤੂੰ ਇਸ ਦੇਹੀ ਨੂੰ ਛੱਡ ਕੇ ਚਲਾ ਜਾਣਾ। ਕਿਹੜੇ ਰੂਪ ਦੀ ਸੁੰਦਰਤਾ ਦਾ ਤੂੰ ਹੰਕਾਰ ਕਰਦਾ ਪਿਆ। ਬਾਬਾ ਕਬੀਰ ਸਾਹਿਬ ਅੰਦਰੋਂ ਤੇ ਬਾਹਰੋਂ ਨਿਰਮਲ ਨੇ, ਉਹਨਾਂ ਨੇ ਆਪਣੇ ਅੰਦਰ ਨੂੰ ਧੋਤਾ ਉਸ ਪਰਮਾਤਮਾ ਦੇ ਨਾਮ ਨਾਲ, ਪ੍ਰਭੂ ਦੇ ਸਿਮਰਨ ਦੇ ਨਾਲ, ਪਰਮੇਸ਼ਰ ਦੇ ਚਿੰਤਨ ਦੇ ਨਾਲ।
क्योंकि यही रब दे बंदियां दी निशानी है। असीं अपने तन नूं सवारदे रहने आ, वो सिमरन कर करके अपने अंदरले नूं सवार लैंदे ने। देखो वो अंदरों भी एक जैसे, वो बाहरों भी एक जैसे हो जाते हैं। उन्हां दे जीवन दे विच कोई अंतर नहीं हुंदा। वो परमेश्वर दे प्यारियां ने अपने जीवन नूं सवार लिया हुंदा रब्बी पुरखां दी संगत कर करके। मैं कहना असीं रोज़ संगत विच आउंदे आ, कई कई साल असीं संगत विच आउंदे रहने हाँ, पर यह भी सुनन नूं मिल जाता ये बंदा कई सालां तो गुरुद्वारा साहब आउंदा है, कदे नागा तक नहीं पाउंदा, बड़ी सेवा भी करता है, पर यह भी वचन सुनन नूं मिल जाते ने इहदे अंदर कोई तब्दीली नहीं, इहदे जीवन विच कोई बदलाव आया नहीं। बाबा कबीर साहब कहंदे भलिया संगत विच आके बदलाव आउंदा साडे जीवन दे विच। बाबा जी ने उदाहरणां दित्तियां, आखिया देख मैं तेनू समझाउणा चाहुंदा कि गंगा के संग सलता बिगड़ी सो सलता गंगा होए निबरी। कहंदे छोटी जी सलता सी, सलता कहंदे नदी नूं, कहंदे नदी छोटी जी है, ਉਹਦੇ ਵਿੱਚ थोड़ा जल का विखाओ चलता पिया, थोड़ा पानी वहिंदा पिया। कहंदे छोटी जी नदी जदों गंगा दे विच जाके समाई वो गंगा दा ही रूप हो गई। ਉਹਦੇ जीवन में ऐसा बदलाव, ऐसा तब्दीली आ गई, ਉਹਨੂੰ फिर कदी किसी ने नहीं आखिया। गंगा दे विच जदों ਉਹਦਾ जल डिग गया, ਉਹਦਾ पानी गंगा दे पानी विच लीन हो गया, किसी सियाणे ने आके नहीं आखिया आ पानी जड़ा फलानी नदी तो आया, वो गंगा दा ही रूप हो गया। कहंदे संगत विच जदों कोई आउंदा है, ओदी सुरत जदों गुरु सागर दे विच लीन हुंदी है, जदों अंदरों गुरु सागर विच इशनान करदा, गुर सागर रतनी भरपूरे अमृत संत चुगै नहीं दूरे। जदों शब्द दे समंदर विच अपनी सुरत दा इशनान करदा है ते सच जाणियो वो सिख भी गुरु दे नाल एकमिक हो जाता, अभेद हो जाता, ਉਹਦੇ जीवन में भी बदलाव आ जाता है। फिर उन्होंने बचन किया, कहन लगे चंदन कै संग तरवर बिगड़े सो तरवर चंदन होए निबड़े। कहते जिथे चंदन का दरख्त है ਉਹਦੇ कोल जिन्ने दरख्त सन उन्हां दरख्तां दे विचों चंदन की सुगंधी आउण लग गई। पर नाल बाबा कबीर साहब ने एक होर बचन किया अपनी बाणी विच, अपने श्लोकां दे अंदर। कहन लगे कबीर बांस बड़ाई बूढ़िया इं मत डूबो कोए, चंदन कै निकटै बसै बांस सुगंध ना होए। कहन लगे देखो भाई चंदन दे कोल बांस दा दरख्त भी रहिंदा सी, पर वो अपनी वडियाई विच अपने हंकार विच फसिया सी कि मैं चंदन तो बड़ा चंगा वां। बाबा कबीर साहब कहंदे देखियो किते गुरु चंदन दी संगत विच आके उस बांस की तरह किते हंकार दे विच ना डुब जाओ। उस बांस दे विचों जिवें सुगंधी कदे चंदन दी नहीं आउंदी, तुहाडे अंदरों भी फिर नाम की सुगंधी कदे नहीं जे आउणी, भावें संगत विच हर रोज़ आउंदा होवे। बाबा कबीर साहब कहंदे ने, कहंदे चंदन कै संग तरवर बिगड़ियो। इत्थे बिगड़ियो शब्द जिहड़ा ना मैं दे स्पैलिंग दस देवां, बब्बे नूं सिहारी, गग्गा रारे नूं सिहारी ते ऊड़े नूं ਉਹਦਾ मूँह खुला छुड़िया है। ये बिगड़ियो का अर्थ इत्थे बिगड़ना नहीं, इत्थे बिगड़ियो का अर्थ वह तब्दीली कि जीवन में संगत में आया किवें बदलाव आउंदा है, किवें चेंज आ जाती। कहंदे चंदन कै संग जिहड़ा तरवर वसदा पिया सी, वो हर दरख्त दे विचों चंदन की सुगंधी आ गई। कहंदे बांस कदे भी सुगंधित ना हो सकिया, पर वो हंकार दे विच फसिया होण करके। सतगुरु महाराज सच्चे पातशाह देखो असी किरपा बख्शिश लैन आउने संगत दे विच। बाबा कबीर ने संगत विच बदलाव की गल की है। फिर अगे बचन किया, कहन लगे देखो जिवें पारस है ना, पारस कै संग तांबा बिगड़ियो सो तांबा कंचन होए निबरियो। कहंदे पारस नूं छो गया तांबा, ते वो तांबा जिहड़ा तांबा ना रहा वो कंचन सोना बन गया। कहन लगे गुर पारस हम लो मिल कंचन होया राम। ये गुरु भी तेरा पारस है, आ लोहे की तरह बन के जे तू आना। भया मनूर कंचन फिर होवे जे गुर मिले तनेहा,
ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਮਾਲਕ ਕਹਿੰਦੇ ਨੇ ਗੁਰੂ ਪਾਰਸ ਹੈ, ਜਦੋਂ ਗੁਰੂ ਪਾਰਸ ਦੇ ਨਾਲ ਤੂੰ ਛੋਏਗਾ ਤੂੰ ਵੀ ਲੋਹੇ ਵਾਂਗੂ ਜੰਗਾਲਿਆ ਨਹੀਂ ਰਵੇਂਗਾ, ਲੋਹੇ ਤੋਂ ਸੋਨਾ ਬਣ ਜਾਏਗਾ। ਭਾਰ ਤੇਰਾ ਜੀਵਨ ਜਿਹੜਾ ਹੈ, ਅਕਸਰ ਜਦੋਂ ਬਜ਼ੁਰਗ ਕਿਸੇ ਨੂੰ ਅਸੀਸ ਦਿੰਦੇ ਨੇ, ਇਹ ਨਹੀਂ ਕਹਿੰਦੇ ਤੇਰਾ ਸਰੀਰ ਲੋਹੇ ਵਰਗਾ ਹੋ ਜਾਏ, ਕਹਿੰਦੇ ਤੇਰੀ ਦੇਹੀ ਕੰਚਨ ਮੰਨੀ ਹੋ ਜਾਏ। ਉਹ ਇਹੀ ਕਹਿਣ ਦਾ ਭਾਵ ਹੁੰਦਾ ਹੈ ਕਿ ਤੇਰੀ ਇਹ ਦੇਹੀ ਜਿਹੜੀ ਇੰਨੀ ਦੁਰਲੱਭ ਹੋ ਜਾਵੇ, ਜਿਵੇਂ ਸੋਨਾਵਾਂ ਅਰੋਗਾਂ ਤੋਂ ਮੁਕਤ ਹੋ ਜਾਵੇ, ਤੇਰਾ ਸਰੀਰ ਅਰੋਗ ਹੋ ਜਾਏ, ਰੂਹਾਨੀਅਤ ਦੇ ਰੰਗ ਦੇ ਵਿੱਚ ਤੇਰਾ ਅੰਦਰਲਾ ਰੰਗਿਆ ਜਾਵੇ। ਫਿਰ ਉਹਨਾਂ ਨੇ ਆਪਣੀ ਗੱਲ ਕੀਤੀ, ਗੁਰਮੁਖੋ ਆਪਣੀ ਜਦੋਂ ਗੱਲ ਕੀਤੀ, ਆਖਿਆ ਦੇਖੋ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਖੋਏ ਨਿਬੜਿਓ। ਕਹਿੰਦੇ ਮੈਂ ਵੀ ਸੰਤ ਜਨਾਂ ਦੀ ਸੰਗਤ ਕੀਤੀ, ਤੇ ਜਦੋਂ ਮੈਂ ਸੰਗਤ ਕੀਤੀ ਨਾ, ਕਹਿੰਦੇ ਐਸੀ ਕਿਰਪਾ ਕੋਈ ਉਹਨਾਂ ਰੱਬ ਦੇ ਪਿਆਰਿਆਂ ਦੀ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬੜੇ। ਕਹਿੰਦੇ ਮੈਂ ਪਰਮੇਸ਼ਰ ਦਾ ਹੀ ਰੂਪ ਹੋ ਗਿਆ, ਪਰਮਾਤਮਾ ਦਾ ਹੀ ਰੂਪ ਹੋ ਗਿਆ। ਉਸ ਪਰਮਾਤਮਾ ਨੇ ਇੰਨੀ ਕਿਰਪਾ ਕਰ ਦਿੱਤੀ ਬਾਬੇ ਕਬੀਰ ਤੇ, ਕਹਿਣ ਲੱਗੇ ਹੁਣ ਮੇਰੀ ਰਸਨਾ ਜਿਹੜੀ ਆ ਨਾ, ਇਹ ਮਾਲਾ ਦੀ ਤਰ੍ਹਾਂ ਬਣ ਗਈ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸ਼ਰਾ। ਕਹਿੰਦੇ ਹੁਣ ਆਦ ਜੁਗਾਦ ਤੋਂ ਜਿੰਨੇ ਭਗਤਾਂ ਨੇ ਉਸ ਮਾਲਕ ਨੂੰ ਸਿਮਰਿਆ, ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ। ਕਬੀਰ ਸਾਹਿਬ ਨੇ ਤੇ ਬੜੇ ਵਚਨ ਸਮਝਾਏ ਨੇ। ਕਹਿੰਦੇ ਬੰਦਿਆ ਸਮਝ ਲਾ, ਹਰ ਚੌਂਕ ਚੁਰਾਹੇ ਵਿੱਚ ਖੜੋ ਕੇ ਮੈਂ ਢੋਲ ਮੋਢੇ ਤੇ ਪਾ ਕੇ, ਡੱਗਾ ਲਗਾ ਕੇ ਮੈਂ ਖੋਕਾ ਦਿੱਤਾ ਸੀ ਕਿ ਇਸ ਸੰਸਾਰ ਦੇ ਅੰਦਰ ਹੋਰ ਵੀ ਕੋਈ ਕਿਸੇ ਦਾ ਸਹਾਰਾ ਹੈ। ਕਹਿੰਦੇ ਪਰ ਕੋਈ ਨਹੀਂ ਮਿਲਿਆ। ਕਬੀਰ ਕਹਿਣ ਲੱਗੇ ਮੈਂ ਸਾਰੇ ਸੰਸਾਰ ਵਿੱਚ ਫਿਰਿਆ, ਮੈਂ 9 ਖੰਡ ਪ੍ਰਿਥਵੀ ਦਾ ਚੱਕਰ ਲਿਖਿਆ। ਕਹਿੰਦੇ ਕਬੀਰ ਸਭ ਜਗ ਹਉ ਫਿਰਿਓ, ਮਾਂਦਲ ਕੰਧ ਚੜਾਏ। ਮਾਂਦਲ ਕਹਿੰਦੇ ਢੋਲ ਨੂੰ, ਕਹਿੰਦੇ ਕੰਧੇ ਤੇ ਢੋਲ ਪਾ ਕੇ ਮੈਂ ਸਾਰੇ ਚੁਰਾਹਿਆਂ ਵਿੱਚ ਜਾ ਕੇ ਆਵਾਜ਼ਾਂ ਦਿੱਤੀਆਂ, ਮੈਨੂੰ ਇਹੀ ਜਵਾਬ ਮਿਲਿਆ, ਕੋਈ ਕਾਹੂ ਕੋ ਨਹੀਂ, ਸਭ ਡਿੱਠੀ ਠੋਕ ਵਜਾਏ। ਇਸ ਲਈ ਬਾਬਾ ਕਬੀਰ ਕਹਿੰਦੇ ਨੇ ਭਲਿਆ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠੋਰਾ ਨੀ ਸੁਨਾ ਮੰਦਰ ਹੋਈ। ਰੇ ਜੇ ਰੇ ਇੱਕ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਬਾਬਾ ਕਬੀਰ ਸਾਹਿਬ ਤੇ ਕਹਿੰਦੇ ਬੰਦਿਆ ਜੇ ਤੂੰ ਕਹੇ ਨਾ ਕਿ ਤਨ ਦਾ ਇਸ਼ਨਾਨ ਕੀਤਿਆਂ ਪਾਣੀ ਵਿੱਚ ਮੈਂ ਮੁਕਤ ਹੋ ਜਾਵਾਂਗਾ, ਕਹਿਣ ਲੱਗੇ ਸੁਣ ਲਾ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੁਨੀ ਆਵੇ। ਫਿਰ ਉਹਨਾਂ ਨੇ ਇੱਕ ਕਟਾਕ ਕੀਤਾ। ਜਿਹੜੇ ਲੋਕ ਕਹਿੰਦੇ ਸਨ 68 ਤੀਰਥ ਵਿੱਚ ਇਸ਼ਨਾਨ ਕੀਤਿਆਂ ਅੰਦਰੋਂ ਨਿਰਮਲ ਹੋ ਜਾਵਾਂਗੇ, ਕਬੀਰ ਸਾਹਿਬ ਕਾਂਛੀ ਦੀ ਧਰਤੀ ਤੇ ਰਹਿਣ ਵਾਲੇ ਗੁਰਮੁਖੋ ਕਹਿੰਦੇ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮੰਜ ਸਿਕਾਉਣ ਗੁਣਾ, ਜੋ ਕਟ ਭੀਤਰ ਹੈ ਮਿਲਣਾ, ਲੋਕੀ 68 ਤੀਰਥ ਨਾਈ, ਕੌਰਾਪਨ ਤਉ ਨਾ ਜਾਈ। ਕਹਿਣ ਲੱਗੇ ਲੋਕੀ ਨੂੰ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰ ਦਿਓ, ਉਹਦੇ ਅੰਦਰ ਦੀ ਕਦੇ ਕੁੜਤਨ ਨਹੀਂ ਜੇ ਖਤਮ ਹੋ ਸਕਦੀ। ਹਿਰਦੇ ਕਪਟ ਬੰਦਿਆ ਤੇਰੇ ਅੰਦਰ ਕਪਟ ਧੋਖਾ ਰੱਖ ਕੇ ਤੂੰ ਜਿਉਂਦਾ ਪਿਆ। ਮਾਲਕ ਕਹਿੰਦੇ ਨੇ ਹਿਰਦੇ ਕਪਟ ਮੁਖ ਗਿਆਨੀ, ਮੁਖੋ ਗਿਆਨ ਦੀਆਂ ਗੱਲਾਂ ਕਰਦਾ, ਝੂਠੇ ਕਹਾਂ ਬਿਲੋਵਸ ਪਾਣੀ, ਕਦੇ ਪਾਣੀ ਨੂੰ ਰਿੜਕਿਆ ਮੱਖਣ ਹੱਥ ਵਿੱਚ ਨਹੀਂ ਉਹ ਆਉਣਾ। ਜਿੰਨਾ ਚਿਰ ਨਾਮ ਨਹੀਂ ਜਪਦਾ, ਜਿੰਨਾ ਚਿਰ ਸਿਮਰਨ ਨਹੀਂ ਕਰਦਾ, ਕਬੀਰ ਸਾਹਿਬ ਕਹਿੰਦੇ ਨਾਮਣ ਕਉ ਤੀਰਥ ਘਣੇ ਮਨ ਬੌਰਾ ਰੇ, ਪੂਜਨ ਕਉ ਬਹੁ ਦੇਵ, ਕਉ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਹਿੰਦੇ ਜਿੰਨਾ ਮਰਜੀ ਤੂੰ ਐਸੇ ਕਰਮ ਕਾਂਡ ਕਰ ਲੈ, ਪਰ ਗਤੀ ਤੇਰੀ ਉਦੋਂ ਖੋਣੀ ਹੈ ਜਦੋਂ ਤੂੰ ਮਾਲਕ ਦੇ ਸਿਮਰਨ ਵਿੱਚ ਜੁੜ ਗਿਆ। ਜਿਹੜੇ ਕਹਿੰਦੇ ਸਨ ਨਾ ਸਾਡੇ ਕੋਲ ਸੋਨਾ ਬੜਾ ਹੈ, ਅਸੀਂ ਸੋਨੇ ਦੇ ਨਾਲ ਧਰਮ ਮੰਦਰ ਬਣਾ ਦੇਵਾਂਗੇ, ਅਸੀਂ ਸੋਨੇ ਨਾਲ ਸੰਸਾਰ ਨੂੰ ਵਸ ਵਿੱਚ ਕਰ ਲਵਾਂਗੇ, ਅਸੀਂ ਸੋਨੇ ਨਾਲ ਰੱਬ ਨੂੰ ਪਾ ਲਵਾਂਗੇ। ਬਾਬਾ ਕਬੀਰ ਸਾਹਿਬ ਕਹਿਣ ਲੱਗੇ ਉਹ ਭਲਿਆ ਆ ਮੈਂ ਤੈਨੂੰ ਇੱਕ ਗੱਲ ਸਮਝਾਵਾਂ, ਜਿਸ ਰੱਬ ਨੂੰ, ਜਿਸ ਗੁਰੂ ਪਰਮੇਸ਼ਰ ਨੂੰ ਤੂੰ ਸੋਨੇ ਦੇ ਨਾਲ ਪਾਉਣਾ ਚਾਹੁੰਦਾ, ਕੰਚਨ ਸਿਉ ਪਾਈਐ ਨੇ ਤੋਲ। ਰਾਮ ਕਹਿੰਦੇ ਰਾਮ ਜਿਹੜਾ ਹੈ ਪਰਮੇਸ਼ਰ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮਨ ਦੇ ਕੇ ਮੈਂ ਉਸ ਰਾਮ ਨੂੰ ਵੀ ਹਾਜਿਆ।
मन दे के उस परमेश्वर नूं विहाजिया। ऐसे बाबा कबीर साहब जिन्हां दे सिमरती दे विच अज असीं जुड़े हाँ, उन्हां ने सानू हर पक्ष तो सुचेत किया है किते साडे बाहरी जीवन विच पखंड ना आ जाए। जिहड़े लोग पखंडियां दे मगर भजदे सन, मैं पहला बेनती की सी बाबा कबीर साहब एक ऐसे खाड़कू भगत ने जिन्हां ने किसी का भी लिहाज नहीं किया, आख्या असी सच की गल करनी। उत्थे बचन किते, कहन लगे गली जिन्ना जप मालियां लोटे हाथ ने बग, ओए हर के संत ना आखिए बनारस के ठग। अंत गुरमुखो मैं बचन करा। हुण ये 1398 नूं उन्हां दा जन्म हुंदा है कांछी दी धरती ते उन्हां दी उम्र जिहड़ी साडे विद्वानां ने मन्नी है उम्र बड़ी लंबेरी है। उन्हां दी उम्र लगभग 120 साल वो इस संसार दे विच विचरे ने। एक गल याद रखियो, बाबा गुरु नानक साहब जाहर पीर जगत गुरु बाबा जी धन गुरु नानक साहब दो भगतां नूं अपने जीवन दे विच साक्षात मिलदे ने। एक ने बाबा कबीर साहब ते दूजे ने बाबा रविदास जी। इन्हां दोवां भगतां दे नाल धन गुरु नानक साहब जी का मिलाप होया और मिलाप भी बनारस की धरती ते होया। बाबा कबीर साहब 120 साल की उम्र भोग के 1518 ईस्वी दे विच जदों इस पंज भूतक चोले नूं त्यागदे ने ते देखो उन्होंने उस समय भी एक संसार नूं वखरा संदेश दिता। जिहड़े लोग ये विचार बना के बैठे सन कि जिहड़ा बंदा कांछी दे विच अपने तन नूं त्यागेगा वो मुक्त हो जाएगा। बाबा कबीर उस धरती तो उठ के मगहर नाम का एक उत्थे पिंड सी, उस मगहर दे विच जाके कहंदे मगहर दे विच ना वो धरती ऐसी सी, गुरु ग्रंथ साहिब विच जिक्र आया, बड़ा धर्म ग्रंथां विच भी जिक्र आया, भावें वो हिंदू धर्म ग्रंथ ने पढ़ के देखो। मगहर की धरती नूं साडे देश दे ऋषियां मुनियां ने सरापी कोई धरती मन्निया सी कि ये धरती नूं सराप है कि इस धरती ते जेड़ा भी कोई शरीर करके मर जाएगा वो खोते दी जून दे विच पवेगा। कहंदे बाबा कबीर साहब ने इस भरम का खंडन करने वास्ते अपनी बाणी विच वचन करते हैं। मैं पहला बेनती करा, अजकल एवें बात का बदंगड़ बना लेंदे, गल्लां किवें कर दित्तियां जी। गुरु ग्रंथ साहब के बचन ने बाबा कबीर साहब के, जां ते इन्हां बचनां नूं आपां एक पासे रख दईए भी इन्हां बचनां नूं असीं बोलना ही नहीं, इन्हां दा पाठ नहीं करना। बाबा कबीर साहब ने बचन कीते, कहन लगे असीं सारी उम्र जिहड़ी सी ना सगल जन्म शिवपुरी गवाया। कहंदे शिवपुरी दे विच कांछी दे विच सारा जीवन जिहड़ा असीं बतीत कराया करते मरती वार मगहर उठ आया। कहंदे जदों मेरे मरण का समा आया मैं मगहर की धरती ते आके अपने प्राण त्यागे ने। ऐसे बाबा कबीर साहब किते उन्हां दे वचन साडे हिरदियां विच वस जाण, क्योंकि समा पूरा है, आपां ज़्यादा समा नहीं लेना, समय दे विच रहना। जो उन्हां ने वचन बख्शिश कीते ने, जिवें उन्हां ने उदाहरणां दे के सानू समझाया, रब दा सेवक बनन वास्ते कैसी घालना घालनी पैंदी है। पहला दृष्टांत दिता, मैं हुण वचन नहीं दोहरावांगा। आख्या रोड़ा हो जा, कहन लगे रोड़े हो के लंघण वालियां नूं दुख देवेंगा, ठेडे ठोकरां खाणगे। फिर कहंदे रोड़ा नहीं तां खे बन जा, कहंदे खे बन गयों हवा आवेगी उडेगी, लोकां दे शरीर ते पवेगी नहीं। रब दा बंदा इस सुभाव वाला नहीं होना चाहिए। कहंदे फिर पानी वर्गा सुभाव रब दे बंदे दा होवे, कहंदे नहीं वो भी कदे ठंडा हुंदा कदे तत्ता हुंदा। कहंदे बाबा कबीर साहब जी फिर रब दा जिहड़ा सेवक है वो किहो जिहा होना चाहिए।